ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ। ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਟੈਣਾ ਸਰ, ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਮੂਸੇਵਾਲਾ ਦੇ ਪਿਤਾ ਜੀ ਦੀ ਗੱਲ ਕਰਦੇ ਹਾਂ ਜੀ। ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਇੱਕ ਗੱਲ ਕਹੀ ਹੈ ਜਿਹਦੀ ਚਰਚਾ ਬਹੁਤ ਜ਼ਿਆਦਾ ਹੋ ਰਹੀ ਹੈ। ਉਹਨਾਂ ਦਾ ਕਹਿਣਾ, ਉਹ ਕਹਿੰਦੇ ਕਿ ਸਰਕਾਰ ਦੇ ਬਰਾਬਰ ਗੈਂਗਸਟਰਾਂ ਦੀ ਵੀ ਇੱਕ ਸਰਕਾਰ ਚੱਲ ਰਹੀ ਹੈ। ਹਾਂ ਬਿਲਕੁਲ ਜੀ, ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਅੰਦਰ ਦੋ ਸਰਕਾਰਾਂ ਚੱਲ ਰਹੀਆਂ। ਇੱਕ ਗੈਂਗਸਟਰਾਂ ਦੀ ਸਰਕਾਰ ਚੱਲਦੀ ਹੈ, ਇੱਕ ਜਿਹੜੀ ਚੁਣੀ ਹੋਈ ਲੋਕਾਂ ਦੀ ਸਰਕਾਰ ਚੱਲਦੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਜੀ, ਕਹਿੰਦੇ ਵੀ ਗੈਂਗਸਟਰਾਂ ਦੇ ਗਰੁੱਪ ਇੰਨੇ ਜ਼ਿਆਦਾ ਹੋ ਗਏ ਆ ਵੀ ਜੇਕਰ ਤੁਸੀਂ ਇੱਕ ਦੇ ਮੁਤਾਬਕ ਚੱਲੋਗੇ ਦੂਜਾ ਗੁੱਸੇ ਹੋ ਜਾਂਦਾ, ਦੂਜੇ ਦੇ ਮੁਤਾਬਕ ਚੱਲੋਗੇ ਤੀਜਾ ਗੁੱਸੇ ਹੋ ਜਾਂਦਾ, ਤੀਜੇ ਦੀ ਮੰਨੋਗੇ ਚੌਥਾ ਗੁੱਸੇ ਹੋ ਜਾਂਦਾ। ਤੇ ਇਹਨਾਂ ਦੀ ਆਪਸ ਦੇ ਵਿੱਚ ਦੁਸ਼ਮਣੀ ਆ ਤੇ ਜੇਕਰ ਇਹ ਆਪਸ ਦੇ ਵਿੱਚ ਦੁਸ਼ਮਣੀ ਰੱਖਦੇ ਤਾਂ ਇੱਕ ਦੂਜੇ ਦਾ ਬੰਦਾ ਮਾਰਦੇ ਇਹ ਬੇਕਸੂਰ ਬੰਦੇ ਨੂੰ ਆ, ਮਸ਼ਹੂਰ ਬੰਦੇ ਨੂੰ ਮਾਰ ਕੇ ਇਹ ਆਪਦਾ ਨਾਂ ਵੱਡਾ ਕਰਦੇ ਆ ਵੀ ਸਾਡੇ ਬਾਰੇ ਲੋਕਾਂ ਨੂੰ ਪਤਾ ਲੱਗੇ। ਤੇ ਦੁਸ਼ਮਣੀ ਤੁਹਾਡੀ ਦੋ ਗਰੁੱਪਾਂ ਦੀ, ਚਾਰ ਗਰੁੱਪਾਂ ਦੀ, ਪੰਜ ਗਰੁੱਪਾਂ ਦੀ ਆਪਸ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਮਾਰਦੇ ਹੋ। ਤੁਸੀਂ ਆਮ ਬੇਕਸੂਰ ਬੰਦੇ ਨੂੰ ਕਿਹੜੀ ਗੱਲੋਂ ਮਾਰਦੇ ਆ? ਤੇ ਇਹਨਾਂ ਗੱਲਾਂ ਦੇ ਉੱਤੇ ਹੁਣ ਸਿਆਸਤਦਾਨਾਂ ਦੇ ਵੱਲੋਂ ਜੰਗ ਵੀ ਕੀਤਾ ਜਾ ਰਿਹਾ ਭਗਵੰਤ ਮਾਨ ਸਰਕਾਰ ਦੇ ਉੱਤੇ। ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਆ, ਉਹਨਾਂ ਨੇ ਕਿਹਾ ਸੀ ਕਿ ਭਗਵੰਤ ਮਾਨ ਨੂੰ ਇਸ ਮਾਮਲੇ ਦੇ ਉੱਤੇ ਉੱਤਰ ਦੇਣਾ ਚਾਹੀਦਾ, ਕਿਉਂਕਿ ਸਿੱਧੂ ਦੇ ਪਿਤਾ ਦੇ ਵੱਲੋਂ ਕਿਹਾ ਗਿਆ ਜੀ ਕਿ ਮੇਰੇ ਪੁੱਤ ਦੇ ਉੱਤੇ 50 ਤੋਂ ਲੈ ਕੇ 60 ਬੰਦੇ ਹਮੇਸ਼ਾ ਹਮਲਾ ਕਰਨ ਨੂੰ ਤਿਆਰ ਰਹਿੰਦੇ ਸੀਗੇ ਤੇ 7 ਤੋਂ ਲੈ ਕੇ 8 ਵਾਰ ਚੋਣਾਂ ਦੇ ਵਿੱਚ ਵੀ ਉਹਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਰੰਧਾਵਾ ਹੋਰਾਂ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਵੀ ਤੁਹਾਡੀ ਇੰਟੈਲੀਜੈਂਸ ਕਿੱਥੇ ਸੀ, ਤੁਹਾਡੀਆਂ ਖੁਫੀਆ ਏਜੰਸੀਆਂ ਕਿੱਥੇ ਸੀ? ਇੱਕ ਬੰਦੇ ਨੂੰ ਇੰਨੇ ਜਾਣੇ ਇੰਨੇ ਸਮੇਂ ਤੋਂ ਇੰਨੀ ਵਾਰ ਮਾਰਨ ਨੂੰ ਫਿਰਦੇ ਰਹੇ ਆ ਤੇ ਤੁਹਾਡੀਆਂ ਇੰਟੈਲੀਜੈਂਸ ਏਜੰਸੀਆਂ ਕਰਦੀਆਂ ਕੀ ਸੀ? ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ। ਸੋ ਰਾਜਾ ਵੜਿੰਗ ਨੇ ਵੀ ਇਹ ਗੱਲ ਕਹੀ ਵੀ ਇਸ ਗੱਲ ਦੇ ਉੱਤੇ ਉੱਤਰ ਪੇਸ਼ ਕਰੇ ਭਗਵੰਤ ਮਾਨ ਕਿ ਭਾਈ ਕੀ ਚੱਲ ਰਿਹਾ ਤੇ ਇਹ ਸਾਰਾ ਕੁਝ ਹੋ ਸਕਿਆ ਜਿਹੜਾ ਹੋ ਗਿਆ ਇਹ ਰੁਕ ਸਕਦਾ ਸੀਗਾ ਜੇਕਰ ਇੰਟੈਲੀਜੈਂਸ ਨੇ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਈ ਹੁੰਦੀ। ਸੋ ਮੁੱਦਾ ਇੱਕ ਵਾਰੀ ਫੇਰ ਇਹ ਭਖਿਆ। ਵੈਸੇ ਗੱਲ ਸੋਚਣ ਵਾਲੀ ਆ ਵੀ ਪੰਜਾਬ ਦੇ ਵਿੱਚ ਗੈਂਗਸਟਰ ਪੈਦਾ ਹੀ ਬਹੁਤ ਹੋ ਗਏ ਆ। ਪੰਜਾਬ ਦੇ ਵਿੱਚ ਗੈਂਗਸਟਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ। ਕੱਲ੍ਹ ਵੈਸੇ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ, ਉਹ ਕਹਿੰਦੇ ਜੀ ਕਿ ਜਿਹੜੇ ਗੈਂਗਸਟਰ ਨੇ ਉਹ ਪੰਜਾਬ ਦੇ ਵਿੱਚ ਪਿਛਲੀਆਂ ਪਾਰਟੀਆਂ ਪਿਛਲੀਆਂ ਸਰਕਾਰਾਂ ਪੈਦਾ ਕਰਕੇ ਗਈਆਂ, ਕਿਉਂਕਿ ਉਹਨਾਂ ਨੇ ਆਪਣੇ ਨਿੱਜੀ ਮੁਫਾਦਾਂ ਦੀ ਖਾਤਰ ਇਹਨਾਂ ਨੂੰ ਜੁਰਮ ਦੇ ਗਲਤ ਰਾਹ ਦੇ ਉੱਤੇ ਤੋਰਿਆ। ਫਿਰ ਇਹ ਜਦੋਂ ਗਲਤ ਰਾਹ ਦੇ ਉੱਤੇ ਤੁਰ ਪਏ ਤਾਂ ਕਦੇ ਇਹ ਵਾਪਸ ਨਹੀਂ ਆ ਸਕੇ। ਸਾਡੀ ਸਰਕਾਰ ਆ ਜਿਹੜੀ ਉਹ ਗੈਂਗਸਟਰਾਂ ਨੂੰ ਨੱਥ ਪਾਊਗੀ, ਪਰ ਪਿਛਲੀਆਂ ਸਰਕਾਰਾਂ ਨੇ ਆਪਣੇ ਸਵਾਰਥਾਂ ਦੀ ਖਾਤਰ ਇਹ ਪੈਦਾ ਕੀਤੇ ਜੀ। ਜੀ, ਇਸ ਤਰ੍ਹਾਂ ਇੱਕ ਦੂਸਰੇ ਦੇ ਉੱਪਰ ਦੋਸ਼ ਤਾਂ ਲਗਾਤਾਰ ਲਗਾਏ ਜਾ ਰਹੇ ਨੇ। ਖੈਰ, ਉਧਰ ਦੂਸਰੇ ਬੰਨੇ ਮੂਸੇਵਾਲਾ ਦੇ ਕਾਤਲ ਅੰਕਿਤ ਦੇ ਪਰਿਵਾਰ ਨੇ ਕਹਿ ਦਿੱਤਾ ਹੈ ਕਿ ਇਹਨੂੰ ਫਾਂਸੀ ਦੇ ਦਿਓ। ਹਾਂ ਬਿਲਕੁਲ ਜੀ, ਸਿੱਧੂ ਮੂਸੇਵਾਲਾ ਦੇ ਕਾਤਲ ਅੰਕਿਤ ਨੂੰ ਪਿਛਲੇ ਦਿਨੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਦਿੱਲੀ ਦੀ ਪੁਲਿਸ ਨੇ। ਤੇ ਉਹ ਜਿਹੜਾ ਅੰਕਿਤ ਆ ਉਹ 19 ਸਾਲ ਦੀ ਉਮਰ ਆ ਤੇ ਸਭ ਤੋਂ ਛੋਟਾ ਉਹ ਇਹਨਾਂ ਸ਼ਾਰਪ ਸ਼ੂਟਰਾਂ ਦੇ ਵਿੱਚ ਆ। ਉਹਨੇ ਇਹ ਜ਼ਿੰਦਗੀ ਦਾ ਪਹਿਲਾ ਮਰਡਰ ਕੀਤਾ ਤੇ ਉਹਦੇ ਮੋਬਾਈਲ ਦੇ ਵਿੱਚੋਂ ਵੀਡੀਓ ਮਿਲੀ ਹੈ ਜਿਹਦੇ ਵਿੱਚ ਹਥਿਆਰ ਲਹਿਰਾਏ ਜਾ ਰਹੇ ਆ 5 ਕਾਤਲਾਂ ਦੇ ਵੱਲੋਂ ਤੇ ਬੜੇ ਖੁਸ਼ ਹੈਗੇ ਉਹ। ਤੇ ਪੁਲਿਸ ਨੇ ਦਾਅਵਾ ਕੀਤਾ ਵੀ ਇਹਦੇ ਹੀ ਮੋਬਾਈਲ ਦੇ ਵਿੱਚੋਂ ਉਹ ਵੀਡੀਓ ਮਿਲੀ ਹੈ ਤੇ ਇਹ ਸਿੱਧੂ ਦੇ ਕਤਲ ਤੋਂ ਕੁਝ ਕੁ ਸਮੇਂ ਬਾਅਦ ਦੀ ਇਹ ਵੀਡੀਓ ਹੈ, ਜਦੋਂ ਉਹ ਜਾ ਰਹੇ ਆ ਤੇ ਇੱਕ ਪੰਜਾਬੀ ਗਾਣਾ ਲਾ ਕੇ ਤੇ ਉਹ ਬਿਲਕੁਲ ਫਿਲਮੀ ਸਟਾਈਲ ਦੇ ਵਿੱਚ ਹਥਿਆਰਾਂ ਨੂੰ ਲਹਿਰਾ ਰਹੇ ਆ। ਕੋਈ ਚਿਹਰੇ ਤੇ ਸ਼ਿਕਨ ਨਹੀਂ, ਕੋਈ ਉਹਨਾਂ ਨੂੰ ਡਰ ਨਹੀਂ, ਕੋਈ ਖੌਫ ਨਹੀਂ, ਕੋਈ ਭੈ ਨਹੀਂ। ਬਸ ਉਹ ਜਾਂਦੇ ਆ ਵੀ ਜਿਵੇਂ ਕੋਈ ਗੱਲ ਹੀ ਨਹੀਂ ਗੀ, ਸਾਨੂੰ ਕੌਣ ਫੜ ਲੂਗਾ। ਤੇ ਉਹਨਾਂ ਨੂੰ ਕੋਈ ਹੈ ਹੀ ਨਹੀਂ ਵੀ ਭਾਈ ਪੁਲਿਸ ਸਾਡੇ ਉੱਤੇ ਉਹ ਕਾਰਵਾਈ ਕਰੂਗੀ ਜਾਂ ਕਿਤੇ ਇਨਕਾਊਂਟਰ ਨਾ ਹੋ ਜਾਏ ਜਾਂ ਕਿਤੇ ਫੜੇ ਨਾ ਜਾਏਗੇ, ਕੋਈ ਵੀ ਇੱਦਾਂ ਦੀ ਗੱਲ। ਪਰ ਹੁਣ ਉਹਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ, ਅੰਕਿਤ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਵੀ ਅਸੀਂ ਤਾਂ ਭਾਈ ਦਿਹਾੜੀ ਦੱਪਾ ਕਰਨ ਵਾਲੇ ਆ, ਮਜ਼ਦੂਰੀ ਕਰਨ ਵਾਲੇ ਆ। ਤੇ ਉਹਦੇ ਚਾਚੇ ਦੇ ਵੱਲੋਂ, ਉਹਦੇ ਭਰਾ ਦੇ ਵੱਲੋਂ, ਉਹਦੇ ਬਾਕੀ ਪਰਿਵਾਰਕ ਜੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਅਸੀਂ ਤਾਂ ਅੰਕਿਤ ਦੀ ਮੌਤ ਦੇ ਵਾਰੰਟਾਂ ਦੇ ਉੱਤੇ ਦਸਤਖਤ ਕਰਦੇ ਹਾਂ। ਉਹਨੂੰ ਬੇਸ਼ੱਕ ਸਰਕਾਰ ਚਾਹੇ ਤਾਂ ਜਦੋਂ ਮਰਜ਼ੀ ਫਾਂਸੀ ਦੇ ਦੇਵੇ, ਅਸੀਂ ਉਹਦੇ ਨਾਲ ਬਿਲਕੁਲ ਨਹੀਂ ਖੜੇ। ਉਹ ਕਹਿੰਦੇ ਜੀ ਕਿ ਅਸੀਂ ਤਾਂ ਇਹਨੂੰ ਬੇਦਖਲ ਕੀਤਾ ਹੋਇਆ ਕਿਉਂਕਿ 9ਵੀਂ ਕਲਾਸ ਦੇ ਵਿੱਚੋਂ ਇਹ ਫੇਲ ਹੋ ਗਿਆ ਸੀ ਤੇ ਇਹਨੇ ਕਦੇ ਵੀ ਕੋਈ ਚੱਜ ਦਾ ਕੰਮ ਨਹੀਂ ਕੀਤਾ।
ਪਹਿਲਾਂ ਤਾਂ ਇਹ ਕੁਝ ਇਹੋ ਜਿਹੀਆਂ ਗੱਲਾਂ ਨਹੀਂ ਸੀ ਕਰਦਾ ਹੁੰਦਾ, ਪਰ ਜਦੋਂ ਤੋਂ ਸਾਨੂੰ ਇਹ ਪਤਾ ਲੱਗਾ ਵੀ ਇਹਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਤਾਂ ਅਸੀਂ ਵੀ ਹੈਰਾਨ ਆ, ਤੇ ਪੂਰੀ ਦੁਨੀਆ ਦੇ ਵਿੱਚ ਇਸ ਮੁੰਡੇ ਨੇ ਸਾਡੀ ਬਦਨਾਮੀ ਕਰਾ ਕੇ ਰੱਖਤੀ ਆ। ਇਸ ਕਰਕੇ ਸਾਡਾ ਇਹਦੇ ਨਾਲ ਕੋਈ ਰਿਸ਼ਤਾ ਨਹੀਂਗਾ। ਇਹਨੂੰ ਭਾਵੇਂ ਤੁਸੀਂ ਘੰਟੇ ਨੂੰ ਫਾਂਸੀ ਦੇ ਦਿਓ ਤੇ ਭਾਵੇਂ ਰੋਕ ਕੇ ਦੇ ਦਿਓ, ਅਸੀਂ ਇਹਦੀ ਮੌਤ ਦੇ ਵਾਰੰਟਾਂ ਤੇ ਦਸਤਖਤ ਕਰਨ ਨੂੰ ਵੀ ਤਿਆਰ ਆ। ਤੇ ਪਤਾ ਲੱਗਾ ਜੀ ਕਿ ਅੰਕਿਤ ਆ ਜਿਹੜਾ, ਇਹਦੀਆਂ 4 ਭੈਣਾਂ, 2 ਭਰਾ, 3 ਭੈਣਾਂ ਵਿਆਹੀਆਂ ਹੋਈਆਂ, ਤੇ ਬਾਪ ਤੇ ਭਰਾ ਫੈਕਟਰੀ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਆ। ਘਰ ਦੇ ਵਿੱਚ ਗੁਰਬਤ ਹੈਗੀ ਆ, ਪਰ ਆਹ ਕੁਝ ਜਿਹੜਾ ਇਹਨੇ ਕੀਤਾ ਤੇ ਉਹਦੇ ਕਰਕੇ ਸਾਰਾ ਟੱਬਰ ਵੀ, ਸਾਰਾ ਪਿੰਡ ਵੀ, ਸਾਰਾ ਆਲਾ ਦੁਆਲਾ ਵੀ ਹੈਰਾਨ ਆ ਵੀ ਇਹਨੇ ਇਸ ਰਾਹ ਨੂੰ ਕਿਉਂ ਚੁਣਿਆ। ਤੇ ਮਾਪਿਆਂ ਨੇ ਗੱਲ ਕਹੀ ਹੈ ਵੀ ਕੁਝ ਮਹੀਨੇ ਪਹਿਲਾਂ ਇਹ ਘਰ ਛੱਡ ਗਿਆ ਸੀ, ਅਸੀਂ ਇਹਨੂੰ ਬੇਦਖਲ ਕਰਤਾ ਸੀ। ਸੋ 19 ਸਾਲ ਦੀ ਉਮਰ ਦੇ ਵਿੱਚ ਇੱਕ ਮੁੰਡਾ ਜਿਹੜਾ ਗੈਂਗਸਟਰ ਬਣਿਆ, ਉਹਦੇ ਪਰਿਵਾਰ ਦੀ ਵੇਦਨਾ ਕੀ ਹੈ ਇਹ ਸਮਝਣਾ ਚਾਹੀਦਾ। ਉਹਦੇ ਪਰਿਵਾਰ ਨੇ ਕੀ ਗੱਲਾਂ ਕਹੀਆਂ, ਇਹ ਗੱਲ ਮਹੱਤਵਪੂਰਨ ਵੀ ਮਾਪੇ ਕਿਵੇਂ ਦਿਹਾੜੀ ਦੱਪਾ ਕਰਕੇ ਗੁਜ਼ਾਰਾ ਕਰਦੇ ਆ ਤੇ ਆਪਾਂ ਕਿਵੇਂ ਹਥਿਆਰਾਂ ਦੇ ਨਾਲ ਜੁੜੇ ਹੋਏ ਆ। ਆਪਾਂ ਨੂੰ ਕਿਹੜੀ ਚੰਡੀ ਚੜੀ ਹੈ ਵੀ ਭਾਈ ਅਸੀਂ ਤਾਂ ਐ ਬੰਦੇ ਮਾਰਨੇ ਆ। ਤੇ ਮਾਪਿਆਂ ਦੇ ਕਦੇ ਖਿਆਲ ਕਰਨਾ ਚਾਹੀਦਾ, ਮਾਂ ਬਾਪ ਦੀ ਕੀ ਉਮੀਦਾਂ ਹੈਗੀਆਂ ਤੇ ਭੈਣ ਭਰਾਵਾਂ ਦੀਆਂ ਕੀ ਉਮੀਦਾਂ ਹੈਗੀਆਂ। ਸੋ ਜਿਹੜੇ ਵੀ ਲੋਕ ਜੁਰਮ ਦੀ ਦੁਨੀਆ ਵੱਲ ਵੱਧ ਰਹੇ ਆ ਤੇ ਉਹਨਾਂ ਲੋਕਾਂ ਦੇ ਲਈ ਇਹ ਗੱਲ ਬੜੀ ਮਹੱਤਵਪੂਰਨ ਆ ਵੀ ਪੀੜਤ ਮਾਪੇ ਕੀ ਕੁਝ ਕਹਿੰਦੇ ਆ ਜੀ। ਜੀ ਬਿਲਕੁਲ ਸਹੀ। ਖੈਰ ਅੱਗੇ ਵਧਦੇ ਹਾਂ ਜੀ, ਉੱਧਰ ਗੱਲ ਕਰਦੇ ਹਾਂ ਹੁਣ ਸੰਗਤ ਸਿੰਘ ਗਿਲਜੀਆਂ ਹੋਰਾਂ ਦੀ। ਉਹਨਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਕਹਿੰਦੇ ਰੱਦ ਕਰ ਦਿੱਤੀ ਹੈ ਕੋਰਟ ਨੇ। ਬਿਲਕੁਲ ਜੀ, ਸੰਗਤ ਸਿੰਘ ਗਿਲਜੀਆਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ। ਤੇ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਸੰਗਤ ਸਿੰਘ ਗਿਲਜੀਆਂ ਜਿਹੜੇ ਉਹ ਪਿਛਲੀ ਸਰਕਾਰ ਦੇ ਮੌਕੇ ਚੰਨੀ ਜਿੰਨੇ ਚਿਰ ਮੁੱਖ ਮੰਤਰੀ ਰਹੇ ਆ ਉਦੋਂ ਜੰਗਲਾਤ ਮਹਿਕਮੇ ਦੇ ਮੰਤਰੀ ਰਹੇ ਆ, ਤੇ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਰਹੇ ਆ ਮੁੱਖ ਮੰਤਰੀ ਉਦੋਂ ਤੱਕ ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਰਹੇ ਆ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਸੰਗਤ ਸਿੰਘ ਗਿਲਜੀਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਪਰ ਹਾਲੇ ਤੱਕ ਗ੍ਰਿਫਤਾਰ ਨਹੀਂ ਹੋਏ। ਉਹਨਾਂ ਨੇ ਅਦਾਲਤ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਪਾਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ, ਉਹ ਰੱਦ ਕਰ ਦਿੱਤੀ ਗਈ ਹੈ। ਹੁਣ ਉਹਨਾਂ ਦੇ ਕੋਲੇ 2 ਰਾਹ ਹੈਗੇ ਆ, ਇੱਕ ਤਾਂ ਉਹ ਸਰੈਂਡਰ ਕਰ ਦੇਣ ਤੇ ਦੂਜਾ ਉਹ ਸੁਪਰੀਮ ਕੋਰਟ ਜਾਣ। ਸੁਪਰੀਮ ਕੋਰਟ ਦੇ ਵੱਲੋਂ ਜੇ ਤਾਂ ਖੈਰ ਪਾ ਦਿੱਤੀ ਗਈ ਤਾਂ ਠੀਕ ਹੈ, ਜੇਕਰ ਉੱਥੋਂ ਵੀ ਨਾ ਹੋ ਗਈ ਤਾਂ ਫਿਰ ਗੱਲ ਖਤਮ, ਫਿਰ ਉਹਨਾਂ ਨੂੰ ਸਰੈਂਡਰ ਹੀ ਕਰਨਾ ਪਊਗਾ। ਸੋ ਸੰਗਤ ਸਿੰਘ ਗਿਲਜੀਆਂ ਨੇ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਮੇਰਾ ਇਹ ਕੇਸ ਮੁੱਢੋਂ ਰੱਦ ਕੀਤਾ ਜਾਵੇ ਕਿਉਂਕਿ ਇਹ ਸਿਆਸੀ ਬਦਲਾਖੋਰੀ ਦਾ ਕੀਤਾ ਗਿਆ, ਇਸ ਕੇਸ ਦੇ ਵਿੱਚ ਕੁਝ ਨਹੀਂ। ਪਰ ਉਦੋਂ ਅਦਾਲਤ ਨੇ ਇਹ ਗੱਲ ਨੂੰ ਨਾ ਕਰਕੇ ਤੇ ਕਿਹਾ ਸੀਗਾ ਕਿ ਤੁਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਅਗਾਊਂ ਪਟੀਸ਼ਨ ਪਾਓ ਜ਼ਮਾਨਤ ਵਾਲੀ, ਪਰ ਉਹਦੇ ਤੇ ਬੂਰ ਨਹੀਂ ਪਿਆ। ਸੋ ਇਸ ਕਰਕੇ ਗਿਲਜੀਆਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ। ਵੈਸੇ ਵੀ ਪੰਜਾਬ ਦੇ ਵੱਖ-ਵੱਖ ਨੇਤਾਵਾਂ ਦੀਆਂ ਮੁਸ਼ਕਲਾਂ 'ਚ ਲਗਾਤਾਰ ਵਾਧਾ ਹੋ ਰਿਹਾ ਕਿਉਂਕਿ ਸਾਧੂ ਸਿੰਘ ਧਰਮਸੋਤ ਨੂੰ ਵੀ ਜ਼ਮਾਨਤ ਨਹੀਂ ਮਿਲ ਰਹੀ। ਡਾਕਟਰ ਵਿਜੇ ਸਿੰਗਲਾ ਦੇ ਬਾਰੇ ਅੱਜ ਪਤਾ ਲੱਗੂਗਾ ਜ਼ਮਾਨਤ ਮਿਲਦੀ ਕਿ ਨਹੀਂ ਮਿਲਦੀ, ਪਰ ਮੈਨੂੰ ਕੰਮ ਔਖਾ ਲੱਗਦਾ। ਬਿਕਰਮ ਸਿੰਘ ਮਜੀਠੀਆ ਨੂੰ ਵੀ ਜ਼ਮਾਨਤ ਨਹੀਂ ਮਿਲ ਰਹੀ, ਸਿਮਰਜੀਤ ਸਿੰਘ ਬੈਂਸ ਨੂੰ ਵੀ ਨਹੀਂ ਜ਼ਮਾਨਤ ਮਿਲੀ, ਇੱਧਰੋਂ ਸੰਗਤ ਸਿੰਘ ਗਿਲਜੀਆਂ ਨੂੰ ਵੀ ਨਹੀਂ ਮਿਲ ਰਹੀ। ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਆ ਜਿਹੜੇ ਉਹ ਇਸ ਵੇਲੇ ਔਖੇ ਦੌਰ ਦੇ ਵਿੱਚੋਂ ਨਿਕਲ ਰਹੇ ਜੀ। ਬਿਲਕੁਲ। ਤੇ ਸਰ ਹਾਲੇ ਤਾਂ ਕਹਿੰਦੇ ਕਈ ਸਾਬਕਾ ਮੰਤਰੀ ਤੇ ਕਈ ਜਿਹੜੇ ਸਾਬਕਾ ਵਿਧਾਇਕ ਨੇ ਉਹ ਵੀ ਵਿਜੀਲੈਂਸ ਦੀ ਰਡਾਰ ਦੇ ਉੱਪਰ ਨੇ। ਹਾਂ ਬਿਲਕੁਲ ਜੀ, ਗੱਲ ਇਹ ਹੈ ਕਿ ਕੱਲ ਭਗਵੰਤ ਮਾਨ ਨੇ ਇਹ ਆਖਿਆ, ਉਹ ਕਹਿੰਦੇ ਵੀ ਥੋੜੇ ਕੁ ਸਮੇਂ ਦੇ ਬਾਅਦ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਹੈਰਾਨ ਰਹਿ ਜਾਣਗੇ ਵੀ ਫਲਾਣੇ ਲੋਕ ਵੀ ਸਾਨੂੰ ਲੁੱਟਦੇ ਰਹੇ ਆ, ਫਲਾਣੇ ਲੋਕਾਂ ਨੇ ਵੀ ਭ੍ਰਿਸ਼ਟਾਚਾਰ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਵਿਜੀਲੈਂਸ ਦੇ ਵੱਲੋਂ ਆਪਣਾ ਕੰਮ ਕੀਤਾ ਜਾ ਰਿਹਾ, ਵਿਜੀਲੈਂਸ ਦੀ ਪੜਤਾਲ ਜਾਰੀ ਹੈ। ਬਹੁਤ ਜਲਦ ਉਹ ਲੋਕ ਨੰਗੇ ਹੋਣਗੇ ਜਿਹੜੇ ਲੋਕਾਂ ਨੇ ਪੰਜਾਬ ਦਾ ਪੈਸਾ ਹੁਣ ਤੱਕ ਖਾਧਾ। ਭਗਵੰਤ ਮਾਨ ਨੇ ਇਹ ਗੱਲ ਆਖੀ ਹੈ ਜੀ ਕਿ ਪੰਜਾਬ ਦੇ ਲੋਕਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਬਹੁਤ ਚਾਨਣ ਹੋਊਗਾ ਵੀ ਕਿਹੜੇ ਲੋਕਾਂ ਦੇ ਪੰਜਾਬ ਦੇ ਪੈਸੇ ਨੂੰ ਹੜੱਪ ਕੀਤਾ। ਸੋ ਕਈ ਸਾਬਕਾ ਮੰਤਰੀ ਤੇ ਕਈ ਸਾਬਕਾ ਵਿਧਾਇਕ ਉਹਨਾਂ ਨੇ ਕਿਹਾ ਜੀ ਕਿ ਵਿਜੀਲੈਂਸ ਦੇ ਰਡਾਰ ਦੇ ਉੱਤੇ ਆ, ਫਾਈਲਾਂ ਦੇਖਣ ਦਾ ਕੰਮ ਚੱਲ ਰਿਹਾ, ਪੜਤਾਲ ਹੋ ਰਹੀ ਹੈ, ਬਹੁਤ ਜਲਦ ਸੱਚ ਸਾਹਮਣੇ ਆਊਗਾ ਜੀ। ਖੈਰ ਉਧਰ ਦੂਸਰੇ ਬੰਨੇ ਸਰ ਹਰਪਾਲ ਸਿੰਘ ਚੀਮਾ ਹੋਰੀ ਕਹਿੰਦੇ ਨੇ ਕਿ ਹੁਣ ਥੋੜੇ ਸਮੇਂ ਬਾਅਦ ਜਿਹੜਾ ਔਰਤਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਚੋਣਾਂ ਦੇ ਮੌਕੇ ਕਿ 1,000 ਰੁਪਇਆ ਦਿੱਤਾ ਜਾਊਗਾ, ਕਹਿੰਦੇ ਬਸ ਥੋੜਾ ਸਮਾਂ ਰਹਿ ਗਿਆ, ਥੋੜੇ ਸਮੇਂ ਬਾਅਦ 1,000 ਰੁਪਇਆ ਦੇ ਦਿਆਂਗੇ। ਦੇਖੋ ਜੀ, ਇੱਕ ਤਾਂ ਗੱਲ ਇਹ ਆ ਵੀ ਜਿਵੇਂ ਸਾਰੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਆ, ਉਵੇਂ ਹੀ ਸਾਰੀਆਂ ਔਰਤਾਂ ਨੂੰ 1,000 ਰੁਪਇਆ ਦੇਣ ਦੀ ਲੋੜ ਨਹੀਂ ਗੀ। ਇਹਦੇ ਲਈ ਵੀ ਇੱਕ ਪ੍ਰਬੰਧ ਹੋਣਾ ਚਾਹੀਦਾ ਵੀ ਜਿਨ੍ਹਾਂ ਨੇ ਟੈਕਸ ਨਹੀਂ ਭਰਿਆ ਕਦੇ, ਜਾਂ ਜਿਨ੍ਹਾਂ ਦੀ ਆਮਦਨ ਦੇ ਸਰੋਤ ਬਹੁਤ ਘੱਟ ਆ, ਗਰੀਬੀ ਰੇਖਾ ਤੋਂ ਥੱਲੇ ਆ, ਜਾਂ ਜਿਹੜੀਆਂ ਸੀਨੀਅਰ ਸਿਟੀਜ਼ਨ ਔਰਤਾਂ
ਉਹਨਾਂ ਨੂੰ ਮਿਲਣੇ ਚਾਹੀਦੇ ਆ। ਇਹ 1000 ਰੁਪਈਆ ਤੁਸੀਂ ਹਰਸਿਮਰਤ ਕੌਰ ਬਾਦਲ ਨੂੰ ਵੀ ਦਿਓਗੇ ਤੇ ਮਜ਼ਦੂਰੀ ਕਰਨ ਵਾਲੀ ਨੂੰ ਵੀ ਦਿਓਗੇ। 1000 ਰੁਪਈਆ ਤੁਸੀਂ ਇੱਥੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਵੀ ਦਿਓਗੇ ਤੇ 1000 ਰੁਪਈਆ ਤੁਸੀਂ ਕਿਸੇ ਦੇ ਹੋਟਲ ਦੇ ਵਿੱਚ ਭਾਂਡੇ ਧੋਣ ਦਾ ਕੰਮ ਕਰਦੀ ਬੀਬੀ ਨੂੰ ਵੀ ਦਿਓਗੇ। ਸੋ ਇਹ ਗੱਲਾਂ ਜਿਹੜੀਆਂ ਇਹਨਾਂ ਤੋਂ ਗਰੇਜ਼ ਕਰਨਾ ਚਾਹੀਦਾ। ਇਹ ਖਜ਼ਾਨੇ ਨੂੰ ਮਾਂਜਾ ਲਾਉਣ ਵਾਲੀਆਂ ਗੱਲਾਂ। ਇਵੇਂ ਹੀ ਬੱਸਾਂ ਦੇ ਵਿੱਚ ਸਫ਼ਰ ਆ ਜਿਹੜਾ ਉਹ ਲੋੜਵੰਦ ਨੂੰ ਹੀ ਕਰਨ ਦਾ ਮੌਕਾ ਮਿਲਣਾ ਚਾਹੀਦਾ। ਜਿਨ੍ਹਾਂ ਦੇ ਘਰੇ ਚੰਗਾ ਪੈਸਾ ਟਕਾ ਜਾਂ ਜਿਹੜੀਆਂ ਸਰਕਾਰੀ ਨੌਕਰੀ ਤੇ ਚੱਲੀਆਂ, ਜਿਨ੍ਹਾਂ ਨੇ 50,000 ਰੁਪਈਆ 70,000 ਰੁਪਈਆ ਤਨਖਾਹ ਲੈਣੀ ਆ, ਉਹਨਾਂ ਦਾ ਵੀ ਬੱਸ ਸਫ਼ਰ ਮੁਫਤ ਆ ਤੇ ਗਰੀਬਾਂ ਦਾ ਵੀ ਬੱਸ ਸਫ਼ਰ ਮੁਫਤ ਆ, ਔਰਤਾਂ ਦਾ। ਇਹ ਕੋਈ ਤੁਕ ਨਹੀਂ ਬਣਦੀ। ਹੁਣ ਹਰਪਾਲ ਸਿੰਘ ਚੀਮਾ ਜਿਹੜੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜੀ ਕਿ ਖਜ਼ਾਨਾ ਥੋੜ੍ਹਾ ਜਿਹਾ ਲੋਟ ਆ ਲੈਣ ਦਿਓ, ਸੂਤ ਹੋ ਲੈਣ ਦਿਓ, ਉਸ ਤੋਂ ਬਾਅਦ ਅਸੀਂ ਔਰਤਾਂ ਨੂੰ 1000 ਰੁਪਈਆ ਮਹੀਨਾ ਦੇਣ ਵਾਲੀ ਗਰੰਟੀ ਪਹਿਲ ਦੇ ਆਧਾਰ ਤੇ ਪੂਰੀ ਕਰਾਂਗੇ। ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਬਿਲਕੁਲ ਤਿਆਰ ਹਾਂ, ਸਾਡੇ ਕੋਲੇ ਵਸੀਲੇ ਪੈਦਾ ਹੋ ਲੈਣ ਦਿਓ, ਅਸੀਂ ਬਿਲਕੁਲ ਗਰੰਟੀ ਨਹੀਂ ਭੁੱਲੇ ਤੇ ਨਾ ਹੀ ਕਦੇ ਭੁੱਲਾਂਗੇ ਤੇ ਜਲਦ ਤੋਂ ਜਲਦ ਔਰਤਾਂ ਵਾਲੀ ਇਹ ਗਰੰਟੀ ਪੂਰੀ ਕਰਾਂਗੇ। ਕਿਉਂਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਇਹ ਗੱਲ ਆਖੀ ਸੀ ਵੀ 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ, ਹਰ ਔਰਤ ਨੂੰ ਅਸੀਂ ਦਿਆ ਕਰਾਂਗੇ ਜੀ 1000 ਰੁਪਈਆ ਮਹੀਨਾ। ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਹਦੇ ਵਿੱਚ ਕੋਈ ਨਾ ਕੋਈ ਨੁਕਤਾ ਉਵੇਂ ਪਾਇਆ ਜਾਊਗਾ ਜਿਵੇਂ ਕਿ ਮੁਫਤ ਬਿਜਲੀ ਵਾਲੀ ਸਕੀਮ ਦੇ ਵਿੱਚ ਪਾਇਆ ਗਿਆ। ਕਿਉਂਕਿ ਇੰਨਾ ਤਾਂ ਪੈਸਾ ਖਜ਼ਾਨੇ ਵਿੱਚ ਹੈ ਵੀ ਨਹੀਂ ਤੇ ਆਉਣਾ ਵੀ ਨਹੀਂ ਕਦੇ ਵੀ ਭਾਈ ਸਾਰੀਆਂ ਔਰਤਾਂ ਨੂੰ 1000 ਰੁਪਈਆ ਦੇ ਦਿਓ। ਇਸ ਹਿਸਾਬ ਨਾਲ ਤਾਂ ਪੰਜਾਬ ਸਰਕਾਰ ਦੇ ਵਾਜੇ ਵੱਜ ਜਾਣੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਨਾ ਕੋਈ ਟਰਮ ਐਂਡ ਕੰਡੀਸ਼ਨ ਅਪਲਾਈ ਹੋਊਗੀ। ਪਰ ਫਿਰ ਵੀ ਇਹ ਗਰੰਟੀ ਕਦੋਂ ਲਾਗੂ ਹੋਊਗੀ ਇਹਦੇ ਵੱਲ ਧਿਆਨ ਟਿਕਿਆ ਹੋਇਆ ਤੇ ਕੀ ਸਾਰੀਆਂ ਹੀ ਔਰਤਾਂ ਨੂੰ 1000 ਰੁਪਈਆ ਮਹੀਨਾ ਮਿਲੂਗਾ, ਇਹਦੇ ਵੱਲ ਸਭ ਦਾ ਧਿਆਨ ਰਹਿਣਾ ਜੀ। ਜੀ ਬਿਲਕੁਲ। ਤੇ ਸਰ ਜਿਹੜੇ ਨਵੇਂ ਬਣੇ ਮੰਤਰੀ ਨੇ ਉਹਨਾਂ ਨੂੰ ਉਹਨਾਂ ਦੇ ਮਹਿਕਮੇ ਵੰਡ ਦਿੱਤੇ ਗਏ ਨੇ ਜੀ? ਹਾਂ ਬਿਲਕੁਲ ਜੀ, ਜਿਹੜੇ 5 ਨਵੇਂ ਮੰਤਰੀ ਬਣੇ ਆ ਜੀ ਪਰਸੋਂ, ਤੇ ਉਹਨਾਂ ਨੂੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਗਈ ਹੈ ਤੇ ਮਹਿਕਮਿਆਂ ਦੀ ਵੰਡ ਤੋਂ ਬਾਅਦ ਉਹਨਾਂ ਨੇ ਆਪਣਾ ਕੰਮ ਕਾਜ ਜਿਹੜਾ ਉਹਦੀ ਸ਼ੁਰੂਆਤ ਕਰ ਦਿੱਤੀ ਹੈ ਜਾਂ ਕਰ ਦੇਣਗੇ, ਕਰ ਹੀ ਦਿੱਤੀ ਹੈ ਹੁਣ ਤਾਂ ਜਦੋਂ ਮੰਤਰੀ ਬਣ ਗਏ ਆ। ਤੇ ਕੁਝ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਤਬਦੀਲੀ ਵੀ ਕੀਤੀ ਗਈ ਹੈ। ਜਿਹੜੇ ਮੰਤਰੀਆਂ ਦੇ ਵਿਭਾਗਾਂ 'ਚ ਤਬਦੀਲੀ ਕੀਤੀ ਗਈ ਉਹ 'ਚ ਸਭ ਤੋਂ ਅਹਿਮ ਹੈਗਾ ਜੀ ਅਮਨ ਅਰੋੜਾ ਦਾ ਮਹਿਕਮਾ। ਅਮਨ ਅਰੋੜਾ ਦੇ ਕੋਲੇ ਸਕੂਲੀ ਸਿੱਖਿਆ ਮਹਿਕਮਾ ਸੀ, ਉਹਨਾਂ ਨੂੰ ਉਚੇਰੀ ਸਿੱਖਿਆ ਮਿਲ ਗਿਆ ਤੇ ਸਕੂਲੀ ਸਿੱਖਿਆ ਵਾਲਾ ਮਹਿਕਮਾ ਜਿਹੜਾ ਇਹ ਹਰਜੋਤ ਸਿੰਘ ਬੈਂਸ ਨੂੰ ਦਿੱਤਾ ਗਿਆ। ਹਰਜੋਤ ਸਿੰਘ ਬੈਂਸ ਦੇ ਕੋਲੇ ਮਾਈਨਿੰਗ ਡਿਪਾਰਟਮੈਂਟ, ਜੇਲ੍ਹਾਂ ਦਾ ਡਿਪਾਰਟਮੈਂਟ ਤੇ ਸਕੂਲੀ ਸਿੱਖਿਆ ਡਿਪਾਰਟਮੈਂਟ ਹੁਣ ਹੋ ਗਏ ਆ। ਪਰ ਜਿਹੜਾ ਨੂੰ ਅੱਜ ਪਤਾ ਲੱਗਾ ਜੀ ਕਿ ਮਹਿਕਮੇ ਦੀ ਵੰਡ ਕੀਤੀ ਗਈ ਹੈ, ਉਹਦੇ ਵਿੱਚ ਅਮਨ ਅਰੋੜਾ ਨੂੰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦਿੱਤਾ ਗਿਆ। ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨਿਊ ਐਂਡ ਰੀਨਿਊਏਬਲ ਐਨਰਜੀ ਰਿਸੋਰਸਿਸ ਤੇ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਇਹਨਾਂ ਨੂੰ ਮਿਲੇ ਆ। ਮੈਨੂੰ ਲੱਗਦਾ ਸੀ ਵੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਸਿਹਤ ਮਹਿਕਮਾ ਮਿਲੂਗਾ, ਪਰ ਇਹਨਾਂ ਨੂੰ ਲੋਕਲ ਗੌਰਮੈਂਟ, ਪਾਰਲੀਮੈਂਟਰੀ ਅਫੇਅਰਜ਼, ਲੈਂਡ ਤੇ ਵਾਟਰ ਕੰਜ਼ਰਵੇਸ਼ਨ ਤੇ ਪ੍ਰਸ਼ਾਸਨਿਕ ਸੁਧਾਰ, ਇਹਨਾਂ ਨੂੰ ਇਹ ਮਹਿਕਮਾ ਮਿਲਿਆ। ਫੌਜਾ ਸਿੰਘ ਸਰਾਰੀ ਨੂੰ ਮਿਲਿਆ ਜੀ ਸੁਤੰਤਰਤਾ ਸੈਨਾਨੀ ਵਿਭਾਗ, ਡਿਫੈਂਸ ਸਰਵਿਸ ਵੈਲਫੇਅਰ ਤੇ ਫੂਡ ਪ੍ਰੋਸੈਸਿੰਗ ਵਿਭਾਗ। ਚੇਤਨ ਸਿੰਘ ਜੌੜਾ ਮਾਜਰਾ ਨੂੰ ਮਿਲਿਆ ਜੀ ਸਿਹਤ ਮਹਿਕਮਾ ਤੇ ਮੈਡੀਕਲ ਖੋਜ ਡਿਪਾਰਟਮੈਂਟ। ਤੇ ਅਨਮੋਲ ਗਗਨ ਮਾਨ ਨੂੰ ਮਿਲਿਆ ਜੀ ਸੈਰ ਸਪਾਟਾ ਵਿਭਾਗ ਤੇ ਸੱਭਿਆਚਾਰਕ ਮਾਮਲਿਆਂ ਦਾ ਵਿਭਾਗ ਤੇ ਸ਼ਿਕਾਇਤਾਂ ਦਾ ਨਿਪਟਾਰਾ। ਇਹ 5 ਮੰਤਰੀ ਜਿਹੜੇ ਬਣਾਏ ਗਏ ਆ, ਇਹਨਾਂ ਨੂੰ ਇਹ 5 ਮਹਿਕਮੇ ਮਿਲੇ ਆ। ਇਹ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਮੈਨੂੰ ਇਹ ਲੱਗਦਾ ਬਈ ਆਉਂਦੇ ਸਮੇਂ ਦੇ ਵਿੱਚ ਭਾਵੇਂ ਉਹ 2 ਮਹੀਨਿਆਂ ਬਾਅਦ ਕਹਿ, ਭਾਵੇਂ 4 ਮਹੀਨਿਆਂ ਬਾਅਦ ਕਹਿ, 3 ਹੋਰ ਮੰਤਰੀ ਬਣਨੇ ਆ ਤੇ ਉਹ 3 ਮੰਤਰੀ ਕਿਹੜੇ ਬਣਨਗੇ ਉਹਦੇ ਲਈ ਵੀ ਸੋਚਣਾ ਪੈਣਾ ਹੁਣ ਸਰਕਾਰ ਨੂੰ। ਕਿਉਂਕਿ ਜਿਹੜੇ ਮੰਤਰੀ ਨਹੀਂ ਬਣਾਏ ਗਏ ਦੂਜੀ ਵਾਰ ਜਿੱਤਣ ਦੇ ਬਾਵਜੂਦ, ਉਹ ਇਸ ਵੇਲੇ ਨਿਰਾਸ਼ਾ ਦੇ ਵਿੱਚ ਹੈ, ਉਹ ਇਸ ਵੇਲੇ ਗੁੱਸੇ ਦੇ ਵਿੱਚ ਵੀ ਹੈ। ਤੁਸੀਂ ਦੇਖੋ ਨਾ, ਬੀਬੀ ਮਾਣੂਕੇ ਤਾਂ ਆਈ ਨਹੀਂ ਸਹੁੰ ਚੁੱਕ ਸਮਾਗਮ ਦੇ ਵਿੱਚ। ਬਲਜਿੰਦਰ ਕੌਰ ਹੋਰੀ, ਮਨਜੀਤ ਬਲਾਸਪੁਰੀ ਜਿਹੜੇ ਆ, ਪੰਡੋਰੀ ਹੋਰੀ ਜਾਂ ਕਹਿ ਦਈਏ ਪ੍ਰਿੰਸੀਪਲ ਬੁੱਧਰਾਮ ਹੋਰੀ ਇਹ ਗੱਲ ਕਹਿਣ ਭਾਵੇਂ ਕਿ ਭਾਈ ਜੋ ਹੁਕਮ ਹੋਇਆ ਉਹਦੇ ਮੁਤਾਬਕ ਅਸੀਂ ਬਿਲਕੁਲ ਚੱਲ ਰਹੇ ਹਾਂ, ਸਾਨੂੰ ਕੁਰਸੀ ਦੀ ਕੋਈ ਲੋੜ ਨਹੀਂ, ਅਸੀਂ ਤਾਂ ਜੀ ਸਿਰਫ ਲੋਕਾਂ ਦੇ ਪਿਆਰ ਲਈ ਆਏ ਹਾਂ। ਇਹ ਜੋ ਮਰਜ਼ੀ ਗੱਲਾਂ ਕੀਤੀਆਂ ਜਾਣ, ਪਰ ਫਿਰ ਵੀ ਮਨ ਦੇ ਵਿੱਚ ਕਸਕਤਾ ਰਹਿੰਦੀ ਹੈ ਵੀ ਭਾਈ ਸਾਨੂੰ ਮੌਕਾ ਨਹੀਂ ਮਿਲਿਆ। ਤੇ ਪਤਾ ਲੱਗਾ ਵੀ ਜਿਹੜੀ ਦਿੱਲੀ ਹਾਈ ਕਮਾਨ ਆ ਉਹ ਪ੍ਰਬੰਧ ਕਰ ਰਹੀ ਹੈ ਇਸ ਗੱਲ ਦਾ ਵੀ ਭਾਈ ਜਿਨ੍ਹਾਂ ਨੂੰ ਮਹਿਕਮੇ ਨਹੀਂ ਮਿਲੇ, ਜਿਹੜੇ ਮੰਤਰੀ ਨਹੀਂ ਬਣ ਸਕੇ, ਇਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਜੀ। ਤੇ ਸਰ ਦੂਸਰੇ ਬੰਨੇ ਵਿਜੇ ਕੁਮਾਰ ਜੰਜੂਆ ਉਹ ਮੁੱਖ ਸਕੱਤਰ ਬਣ ਗਏ ਨੇ? ਹਾਂ ਬਿਲਕੁਲ ਜੀ, ਵਿਜੇ ਕੁਮਾਰ ਜੰਜੂਆ ਤੋਂ ਪਹਿਲਾਂ ਅਨੀਰੁੱਧ ਤਿਵਾੜੀ ਨੇ ਜਿਹੜੇ ਉਹ ਮੁੱਖ ਸਕੱਤਰ ਸੀ, ਉਹਨਾਂ ਨੂੰ ਹੋਰ ਡਿਪਾਰਟਮੈਂਟ ਦਿੱਤਾ ਗਿਆ ਤੇ ਇਹ ਜਿਹੜੇ ਵਿਜੇ ਕੁਮਾਰ ਜੰਜੂਆ ਇਹਨਾਂ ਨੂੰ ਹੁਣ ਪ੍ਰਮੁੱਖ ਸਕੱਤਰ ਬਣਾ ਦਿੱਤਾ ਗਿਆ। ਤੇ ਇਹ ਵੀ ਇੱਕ ਬੜਾ ਮਹੱਤਵਪੂਰਨ ਮਹਿਕਮਾ ਹੈਗਾ, ਸਰਕਾਰ ਦੇ ਵੱਲੋਂ ਕਈ ਪਾਸੇ ਬਦਲਾਅ ਕੀਤਾ ਜਾ ਰਿਹਾ। ਤੇ ਦੂਜੀ ਗੱਲ ਇਹ ਜੀ ਕਿ ਹੁਣ ਗੌਰਵ ਯਾਦਵ ਹੋਰੀ ਜਿਹੜੇ ਉਹ ਵੀ ਨਵੇਂ DGP ਬਣੇ ਆ,
ਸੋ ਸਰਕਾਰ ਅੱਜ ਕੱਲ੍ਹ ਵੱਡੇ ਵਿਭਾਗੀ ਫੈਸਲੇ ਲੈ ਰਹੀ ਹੈ, ਵੱਡੀਆਂ ਤਬਦੀਲੀਆਂ ਦੇ ਫੈਸਲੇ ਜੀ। ਜੀ ਬਿਲਕੁਲ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਉਧਰ ਜਿਹੜੇ ਨਵੇਂ ਡੀਜੀਪੀ ਸਾਹਿਬ ਨੇ ਉਹਨਾਂ ਦੇ ਵੱਲੋਂ ਪੁਲਿਸ ਸਟੇਸ਼ਨਸ ਦੀ ਅਚਨਚੇਤ ਚੈਕਿੰਗ ਵੀ ਕੀਤੀ ਗਈ ਹੈ ਜੀ। ਇਹ ਵੀ ਖਬਰਾਂ ਬਹੁਤ ਸਾਹਮਣੇ ਆਈਆਂ ਨੇ। ਹਾਂ ਬਿਲਕੁਲ ਜੀ, ਮੈਂ ਸੋਚਦਾ ਚੰਗੀ ਗੱਲ ਹੈ ਤੇ ਇਹ ਲਗਾਤਾਰਤਾ ਦੇ ਵਿੱਚ ਗੱਲ ਜਾਰੀ ਵੀ ਰਹਿਣੀ ਚਾਹੀਦੀ ਹੈ। ਇਹ ਨਹੀਂ ਵੀ ਹਫ਼ਤਾ ਕੁ ਇੱਦਾਂ ਹੋਇਆ ਤੇ ਬਾਅਦ ਦੇ ਵਿੱਚ ਗੱਲ ਆਈ ਗਈ। ਇਹਦੇ ਲਈ ਜ਼ਰੂਰੀ ਹੈ ਕਿ ਭਾਈ ਇਹ ਸਾਰਾ ਕੁਝ ਹੋਵੇ ਤੇ ਸਹੀ ਤਰੀਕੇ ਨਾਲ ਪੜਤਾਲ ਹੁੰਦੀ ਰਹੇ ਤੇ ਇਸ ਵਕਤ ਜ਼ਰੂਰਤ ਇਸ ਗੱਲ ਦੀ ਹੈਗੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਉਹਨਾਂ ਤੋਂ ਇਹ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡੀ ਤਬਦੀਲੀ ਦੀ ਲੋੜ ਆ। ਸੋ ਉਸ ਤੋਂ ਅਗਲੀ ਗੱਲ ਇਹ ਹੈ ਵੀ ਕੱਲ ਥਾਣਾ ਮਟੌਰ ਦੇ ਵੱਲ ਤੇ ਕੱਲ ਮੋਹਾਲੀ ਦੇ ਵੱਲ ਵੀ ਗਏ ਸੀਗੇ ਪੰਜਾਬ ਦੇ ਨਵੇਂ ਡੀਜੀਪੀ ਗੌਰਵ ਯਾਦਵ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਗੈਂਗਸਟਰਾਂ ਤੇ ਨਸ਼ਿਆਂ ਦੇ ਤਸਕਰਾਂ ਦੇ ਖਿਲਾਫ ਪਹਿਲ ਦੇ ਆਧਾਰ ਦੇ ਉੱਤੇ ਕੰਮ ਕਰਾਂਗੇ ਤੇ ਕੰਮ ਸ਼ੁਰੂ ਕਰ ਦਿੱਤਾ। ਸੋ ਲੋੜ ਇਸ ਵਕਤ ਇਸੇ ਗੱਲ ਦੀ ਜੀ ਕਿ ਥਾਣਿਆਂ ਦੇ ਵਿੱਚ ਥੋੜ੍ਹਾ ਜਿਹਾ ਲੋਕਾਂ ਦਾ ਲੁੱਟ ਸੁੱਟ ਵਾਲਾ ਸਿਲਸਿਲਾ ਘਟੇ। ਥਾਣਿਆਂ ਦੇ ਵਿੱਚ ਲੋਕ ਆ ਜਿਹੜੇ ਉਹ ਸਹੀ ਤਰੀਕੇ ਦੇ ਨਾਲ ਇਨਸਾਫ ਦੀ ਭਾਲ ਦੇ ਵਿੱਚ ਜਾਂਦੇ ਆ ਤੇ ਸਹੀ ਤਰੀਕੇ ਨਾਲ ਇਨਸਾਫ ਮਿਲੇ। ਥਾਣਿਆਂ ਦੇ ਵਿੱਚ ਬੰਦਿਆਂ ਨਾਲ ਕੁੱਤੇ ਖਾਣੀ ਨਾ ਹੋਵੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਲਿਸ ਜਵਾਬਦੇਹ ਰਵੇ ਲੋਕਾਂ ਨੂੰ, ਨਾ ਕਿ ਇਹ ਆ ਵੀ ਭਾਈ ਚਲੋ ਭਾਜੋ, ਟਾਈਮ ਹੈ ਨੀਗਾ, ਫਲਾਣਾ ਹੈ ਨੀਗਾ। ਤੇ ਪੁਲਿਸ ਮੁਲਾਜ਼ਮਾਂ ਦੀਆਂ ਮੁੱਢਲੀਆਂ ਲੋੜਾਂ ਦੀ ਵੀ ਪੂਰਤੀ ਕੀਤੀ ਜਾਵੇ। ਥਾਣਿਆਂ ਦੇ ਵਿੱਚ ਪੈਟਰੋਲ ਡੀਜ਼ਲ ਸਹੀ ਮਾਤਰਾ ਦੇ ਵਿੱਚ ਹੋਵੇ, ਥਾਣਿਆਂ ਦੇ ਵਿੱਚ ਬਿਜਲੀ ਦੇ ਬਿੱਲ ਦਾ ਪ੍ਰਬੰਧ ਹੋਵੇ, ਥਾਣਿਆਂ ਦੇ ਉਤਲੇ ਪੁਤਲੇ ਖਰਚਿਆਂ ਦੇ ਲਈ ਕੋਈ ਠੱਗੀ ਠੋਰੀ ਨਾ ਕਰਨੀ ਪਵੇ, ਰਿਸ਼ਵਤ ਨਾ ਲੈਣੀ ਪਵੇ। ਤੇ ਇੱਕ ਗੱਲ ਹੋਰ ਕਿ ਪੁਲਿਸ ਮੁਲਾਜ਼ਮਾਂ ਦੀ ਫਿਟਨੈਸ ਦਾ ਖਿਆਲ ਹੋਣਾ ਚਾਹੀਦਾ। ਪੰਜਾਬ ਪੁਲਿਸ ਦੇ ਅੱਧੋਂ ਵੱਧ ਅਧਿਕਾਰੀ ਤੇ ਕਰਮਚਾਰੀ ਕਿੱਡੀਆਂ ਗੋਗੜਾਂ ਵਾਲੇ ਆਪਾਂ ਨੂੰ ਪਤਾ। ਸੋ ਜਿਹੜੇ ਬੰਦੇ ਫਿਟਨੈਸ ਦੇ ਵੱਲ ਨਹੀਂ ਜੁੜੇ ਜਾਂ ਜਿਨ੍ਹਾਂ ਦੀ ਫਿਟਨੈਸ ਦਾ ਖਿਆਲ ਨਹੀਂ ਰੱਖਿਆ ਜਾ ਸਕਿਆ ਉਹਨਾਂ ਦੇ ਬਾਰੇ ਵੀ ਕੋਈ ਐਕਸ਼ਨ ਲਿਆ ਜਾਵੇ, ਕਿਉਂਕਿ ਫਿਟਨੈਸ ਬਹੁਤ ਜ਼ਰੂਰੀ ਹੈ। ਇਹ ਪੰਜਾਬ ਦੀ ਪੁਲਿਸ ਦੀ ਫਿਟਨੈਸ ਆ ਜਿਹੜੀ ਉਹ ਸੂਬੇ ਦੀ ਫਿਟਨੈਸ ਦੀ ਤਰਜਮਾਨੀ ਕਰਦੀ ਹੋਣੀ ਚਾਹੀਦੀ ਹੈ। ਹੁਣ ਜਿਹੜਾ ਬੰਦਾ ਆਪਦੀ ਸਿਹਤ ਦਾ ਖਿਆਲ ਨਹੀਂ ਰੱਖ ਸਕਿਆ ਤੇ ਉਹ ਸੂਬੇ ਦਾ ਕੀ ਖਿਆਲ ਰੱਖੂਗਾ ਤੇ ਕਾਨੂੰਨ ਦਾ ਕੀ ਖਿਆਲ ਰੱਖੂਗਾ, ਇਹ ਵੀ ਗੱਲ ਹੈ ਜੀ। ਬਿਲਕੁਲ, ਤੁਹਾਡਾ ਇਹ ਮੁੱਦਾ ਬਿਲਕੁਲ ਵਾਜਬ ਹੈ ਜੀ ਕਿ ਜੇਕਰ ਆਪਣੀ ਸਿਹਤ ਹੀ ਨਾ ਠੀਕ ਹੋਊਗੀ ਤਾਂ ਫਿਰ ਬਾਕੀਆਂ ਦੀ ਸਿਹਤ ਕਿਵੇਂ ਠੀਕ ਰਹੂਗੀ, ਕਿਉਂਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਨਾ ਠੀਕ ਰਹੀ ਤਾਂ ਫਿਰ ਪੰਜਾਬ ਦੇ ਵਿੱਚ ਆਪਾਂ ਅੱਗੇ ਵੀ ਜਾਣਦੇ ਹਾਂ ਬਹੁਤ ਸਾਰੇ ਸਵਾਲ ਜਿਹੜੇ ਉਹ ਖੜੇ ਹੁੰਦੇ ਰਹੇ ਨੇ। ਪਰ ਜੇ ਫਿਲਹਾਲ ਲਾਅ ਐਂਡ ਆਰਡਰ ਦੀ ਗੱਲ ਕਰੀਏ ਇਸ ਵੇਲੇ ਸਥਿਤੀ ਕਿਹੋ ਜਿਹੀ ਹੈ? ਦੇਖੋ ਗੱਲ ਇਹ ਜੀ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੁਝ ਅਣਸੁਖਾਵਾ ਵਾਪਰਦਾ, ਕਿਤੇ ਕਤਲ ਹੁੰਦਾ, ਕਿਤੇ ਲੜਾਈ ਝਗੜਾ ਹੁੰਦਾ, ਉਦੋਂ ਸੂਬੇ ਦੀ ਸਰਕਾਰ ਦੇ ਉੱਤੇ ਸਭ ਤੋਂ ਪਹਿਲਾਂ ਸਵਾਲ ਆ ਜਾਂਦਾ। ਦੇਖੋ ਦੋ ਤਰ੍ਹਾਂ ਦੀਆਂ ਹਿੰਸਕ ਵਾਰਦਾਤਾਂ, ਇੱਕ ਤਾਂ ਉਹ ਆ ਜਿਹੜੀਆਂ ਪਹਿਲਾਂ ਗਿਣ ਮਿੱਥ ਕੇ ਕੀਤੀਆਂ ਜਾਂਦੀਆਂ, ਉਹਦੇ ਲਈ ਇੰਟੈਲੀਜੈਂਸ ਵੀ ਜ਼ਿੰਮੇਵਾਰ ਆ ਵੀ ਉਹਦੇ ਵੱਲੋਂ ਕਿਉਂ ਨਹੀਂ ਕੋਈ ਖੁਰਾ ਖੋਜ ਲੱਭਿਆ ਬਾਅਦ ਦੇ ਵਿੱਚ ਕਿਉਂ ਗੱਲ ਕੀਤੀ ਜਾਂਦੀ ਹੈ, ਪਹਿਲਾਂ ਉਹਦੇ ਬਾਰੇ ਗੌਰ ਕਿਉਂ ਨਹੀਂ ਕੀਤੀ ਜਾਂਦੀ। ਦੂਜੀਆਂ ਵਾਰਦਾਤਾਂ ਉਹ ਜਿਹੜੀਆਂ ਅਚਨਚੇਤ ਵਾਪਰਦੀਆਂ। ਹੁਣ ਮੰਨ ਲਓ ਮੈਂ ਕੋਈ ਗਲਤ ਕੰਮ ਕਰ ਦੇਵਾਂ ਆਪਦੇ ਮੁਹੱਲੇ ਦੇ ਵਿੱਚ, ਇਹਦੇ ਲਈ ਭਗਵੰਤ ਮਾਨ ਥੋੜ੍ਹੀ ਕਸੂਰਵਾਰ ਆ। ਤੁਸੀਂ ਆਪਣੇ ਪਿੰਡ ਦੇ ਵਿੱਚ, ਤੁਸੀਂ ਆਪਣੇ ਸ਼ਹਿਰ ਦੇ ਵਿੱਚ ਕੋਈ ਗਲਤ ਕੰਮ ਕਰੋ, ਕਿਸੇ ਨਾਲ ਲੜਾਈ ਝਗੜਾ ਕਰੋ, ਕੋਈ ਇੱਥੇ ਵਾਰਦਾਤ ਹੋ ਜੇ ਤਾਂ ਇਹਦੇ ਲਈ ਸਰਕਾਰ ਥੋੜ੍ਹੀ ਜ਼ਿੰਮੇਵਾਰ ਹੈ ਜਾਂ ਪੁਲਿਸ ਥੋੜ੍ਹੀ ਜ਼ਿੰਮੇਵਾਰ ਆ। ਇਹ ਤਾਂ ਇਹ ਆ ਵੀ ਅਸੀਂ ਆਪਦੇ ਕੋਈ ਲੜਾਈ ਝਗੜਾ ਕੀਤਾ, ਹੁਣ ਕਿਸੇ ਨੂੰ ਕੀ ਪਤਾ ਵੀ ਸਾਡੇ ਮਨ ਦੇ ਵਿੱਚ ਕੀ ਚੱਲਦਾ। ਸੋ ਦੋ ਤਰ੍ਹਾਂ ਦੀਆਂ ਗੱਲਾਂ ਹੈਗੀਆਂ, ਇੱਕ ਤਾਂ ਗੈਂਗਵਾਰ ਵਾਲੀਆਂ, ਇੱਕ ਅਚਾਨਕ ਜ਼ਮੀਨ ਪਿੱਛੇ ਜਾਂ ਕੋਈ ਨਿੱਜੀ ਦੁਸ਼ਮਣੀ, ਕੋਈ ਰੰਜਿਸ਼, ਉਹਦੇ ਪਿੱਛੇ ਆਪਾਂ ਬੰਦਾ ਮਾਰ ਦਿੰਦੇ ਹਾਂ। ਪਰ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਉਹ ਉਹਨਾਂ ਗੱਲਾਂ ਨੂੰ ਵੀ ਇਹ ਗੱਲ ਕਹਿਣਗੀਆਂ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੇਕਾਬੂ ਹੋ ਗਈ। ਸੋ ਉਹ ਬੇਕਾਬੂ ਹੋ ਗਈ ਦਾ ਮਤਲਬ ਇਹ ਵੀ ਇਕੱਲੇ ਇਕੱਲੇ ਬੰਦੇ ਦੇ ਪਿੱਛੇ ਪੁਲਿਸ ਮੁਲਾਜ਼ਮ ਲਾਏ ਜਾਣ ਵੀ ਇਹ ਕਰਦਾ ਕੀ ਆ, ਇਹ ਫਿਰ ਵੀ ਨਹੀਂ ਪਤਾ ਲੱਗਣਾ। ਸੋ ਪੰਜਾਬ ਦੇ ਵਿੱਚ ਪੁਲਿਸ ਦੀ ਇੰਨੀ ਗਿਣਤੀ ਹੈ ਨਹੀਂ ਵੀ ਇੱਕ ਇੱਕ ਬੰਦੇ ਦੇ ਪਿੱਛੇ ਇੱਕ ਇੱਕ ਬੰਦਾ ਲਾਇਆ ਜਾਵੇ ਪੁਲਿਸ ਮੁਲਾਜ਼ਮ। ਸੋ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ ਜੇਕਰ ਅਸੀਂ ਲਾਅ ਐਂਡ ਆਰਡਰ ਦੀ ਸਥਿਤੀ ਸਹੀ ਰੱਖਣੀ ਹੈ ਤਾਂ। ਜੀ ਬਿਲਕੁਲ ਸਰ, ਉਧਰ ਕਹਿੰਦੇ ਦਿੱਲੀ ਤੋਂ ਦੁਬਈ ਜਾ ਰਹੇ ਜਹਾਜ਼ ਦੀ ਪਾਕਿਸਤਾਨ ਦੇ ਵਿੱਚ ਲੈਂਡਿੰਗ ਹੋ ਗਈ ਹੈ ਜੀ, ਕਿਉਂ? ਉਹ ਅਸਲ ਦੇ ਵਿੱਚ ਜੀ ਉਹਦੇ ਕੋਈ ਤਕਨੀਕੀ ਖਰਾਬੀ ਆ ਗਈ, ਕੋਈ ਇੰਜਨ ਦੇ ਵਿੱਚ ਪ੍ਰੋਬਲਮ ਆਈ ਆ। ਦਿੱਲੀੋਂ ਉੱਡਿਆ, ਦੁਬਈ ਵੱਲ ਜਾਣਾ, ਸਪਾਈਸ ਜੈਟ ਦਾ ਜਹਾਜ਼ ਆ ਤੇ ਉਹਦੀ ਐਮਰਜੈਂਸੀ ਲੈਂਡਿੰਗ ਆ ਜਿਹੜੀ ਉਹ ਪਾਇਲਟ ਨੇ ਬੜੀ ਸੂਝ-ਬੂਝ ਦੇ ਨਾਲ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਏਅਰਪੋਰਟ ਦੇ ਉੱਤੇ ਕਰਾਈ ਆ ਤੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਜਹਾਜ਼ ਵੀ ਬਿਲਕੁਲ ਦਰੁਸਤ ਆ, ਕਿਸੇ ਦੇ ਕੋਈ ਸੱਟ ਫੇਟ ਨਹੀਂ ਲੱਗੀ। ਉੱਥੇ ਫਿਰ ਹੋਰ ਜਹਾਜ਼ ਭੇਜ ਕੇ ਤੇ ਉਹਨਾਂ ਨੂੰ ਫਿਰ ਜਿਹੜੇ ਸਵਾਰੀਆਂ ਨੂੰ ਦੁਬਈ ਪਹੁੰਚਾਇਆ ਗਿਆ ਤੇ ਕਰਾਚੀ ਦੇ ਏਅਰਪੋਰਟ ਦੇ ਉੱਤੇ ਬ੍ਰੇਕਫਾਸਟ ਤੇ ਹੋਰ ਜਿਹੜਾ ਉੱਥੇ ਸਮਾਨ ਦਿੱਤਾ ਗਿਆ ਉਹਨਾਂ ਨੂੰ। ਸੋ ਇਹ ਹੈ ਜੀ ਕਿ ਚਲੋ ਬਚਾਅ ਹੋ ਗਿਆ ਉਹਦਾ। ਪਿਛਲੇ ਕੁਝ ਸਮੇਂ ਦੇ ਵਿੱਚ ਜਹਾਜ਼ਾਂ ਦੇ ਨਾਲ ਹਾਦਸੇ ਬੜੇ ਵਾਪਰ ਰਹੇ ਆ। ਕਿਤੇ ਕੋਈ ਪੰਛੀ ਵਿੱਚ ਵੱਜ ਗਿਆ ਜਹਾਜ਼ ਦੇ ਉੱਥੇ ਸਮੱਸਿਆ ਆ ਗਈ, ਕਿਤੇ ਕੋਈ ਰਾਹ ਦੇ ਵਿੱਚ ਤਕਨੀਕੀ ਸਮੱਸਿਆ ਆਈ, ਵਾਪਸ ਮੁੜਿਆ ਜਹਾਜ਼। ਸੋ ਇੱਦਾਂ ਦੀਆਂ ਘਟਨਾਵਾਂ ਕਾਫੀ ਸਾਹਮਣੇ ਆ ਰਹੀਆਂ ਜੀ। ਜੀ ਬਿਲਕੁਲ
ਸਰ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ? ਪੰਜਾਬ ਦਾ ਮੌਸਮ ਜੀ ਤਪਸ਼ ਦੇ ਪੱਖੋਂ ਤਾਂ ਠੀਕ ਹੈ, ਪਰ ਇਹ ਹੈ ਵੀ ਚਿਪਚਿਪਾ ਜਿਹਾ ਜ਼ਰੂਰ ਹੈਗਾ। ਪੰਜਾਬ ਦਾ ਮੌਸਮ ਆ ਜਿਹੜਾ ਉਹ ਸਿੱਲ ਵਾਲਾ। ਪੰਜਾਬ ਦੇ ਵਿੱਚ ਮੀਂਹ ਪੈ ਜਾਂਦਾ, ਫਿਰ ਗਰਮੀ ਹੋ ਜਾਂਦੀ ਹੈ, ਪੈ ਜਾਂਦਾ ਮੀਂਹ, ਫਿਰ ਗਰਮੀ ਹੋ ਗਈ, ਫਿਰ ਪੈ ਗਿਆ ਮੀਂਹ, ਫਿਰ ਗਰਮੀ ਹੋ ਗਈ। ਇੱਦਾਂ ਦੇ ਹਾਲਾਤ ਜੇ ਹੈਗੇ ਆ। ਮੌਸਮ ਵਿਭਾਗ ਦੀ ਭਵਿੱਖਬਾਣੀ ਤਾਂ ਇਹ ਹੈ ਕਿ ਅੱਜ ਤੇ ਭਲਕ ਯਾਨੀ ਕਿ 6 ਤੇ 7 ਤਰੀਕ ਨੂੰ ਪੰਜਾਬ 'ਚ ਭਰਵਾਂ ਮੀਂਹ ਪੈਣ ਦੀ ਆਸ ਹੈ। ਬਾਕੀ ਦੇਖੋ ਸਮਾਂ ਦੱਸੂਗਾ ਵੀ ਮੀਂਹ ਪੈਂਦਾ ਜਾਂ ਨਹੀਂ। ਜੇ ਪੈਂਦਾ ਤਾਂ ਕਿੱਥੇ ਕਿੱਥੇ ਪੈਂਦਾ ਤੇ ਕਿੱਥੇ ਕਿੱਥੇ ਰਹਿੰਦਾ ਜੀ। ਜੀ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਦੇ ਲਈ ਇੰਨਾ ਹੀ ਜੀ। ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ। ਮਿਹਰਬਾਨੀ।